ਜਦੋਂ ਲੜੀਵਾਰ ਕਥਾ ਦੇ ਸੁਖਮਨੀ ਸਾਹਿਬ ਚੱਲ ਰਹੀ ਸੀ, ਉਦੋਂ ਦਾਸ ਨੇ ਕਿਧਰੇ 2 ਪੰਕਤੀਆਂ ਦੇ ਉੱਤੇ 15-20 ਦਿਨ ਲਾ ਦਿੱਤੇ। ਉਂਝ ਮੈਂ ਇੱਕ ਅਸ਼ਟਪਦੀ ਇੱਕ ਟਾਈਮ ਵਿੱਚ ਰੋਜ਼ ਕਰ ਦਿੰਦਾ ਸੀ, ਪਰ 2 ਪੰਕਤੀਆਂ ਨੇ ਐਸਾ ਮੈਨੂੰ ਰੋਕਿਆ, ਮੈਂ 15 ਦਿਨ ਅੱਗੇ ਨਹੀਂ ਜਾ ਸਕਿਆ। ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਹੋਣਾ ਹੀ ਸੀ ਹੁਕਮ। ਅਦਕੀ ਇਹ ਪਿਛਲੇ ਸਾਲ ਦੀ ਗੱਲ ਹੈ। ਬੰਗਲਾ ਸਾਹਿਬ ਤੋਂ ਕਥਾ ਕਰਕੇ ਜਿਉਂ ਮੈਂ ਆ ਰਿਹਾ, ਸੀੜੀਆਂ ਤੋਂ ਉਤਰ ਰਿਹਾ, ਇੱਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮਵਰ, ਜਿਹਦੇ ਲੇਖ ਹਿੰਦੀ ਦੇ ਚੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਨੇ। ਬੜਾ ਮੰਨਿਆ ਪ੍ਰਤਿਸ਼ਠਿਤ ਬੰਦਾ, 5-7 ਬੰਦਿਆਂ ਦੇ ਨਾਲ ਉਹਨੇ ਮੈਨੂੰ ਘੇਰ ਲਿਆ ਤੇ ਕਹਿਣ ਲੱਗੇ, ਗਿਆਨੀ ਜੀ, ਸਾਨੂੰ ਕਈ ਸਾਲ ਪਹਿਲੇ ਤੁਹਾਡੀ ਉਹ ਕਥਾ ਜੋ 15 ਦਿਨ ਤੁਸੀਂ ਕੀਤੀ ਸੀ, ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ। ਜੋ ਹੋਆ ਉਹ ਵਤਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਤੁਸੀਂ ਇਹ ਆਖਿਆ ਸੀ ਔਰ ਸਾਨੂੰ ਚੰਗਾ ਲੱਗਿਆ ਸੀ। ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ 'ਚ ਆਈ। ਪਰ ਹੁਣ 84 ਵਿੱਚ ਔਰ 83-84 2 ਸਾਲਾਂ ਵਿੱਚ ਤੁਸੀਂ ਸਾਰੇ ਦੇਸ਼ ਵਿੱਚ ਭਰਮਣ ਕਰਕੇ ਆਖਿਆ ਜੋ ਹੋਇਆ ਕੌਮ ਨਾਲ ਨਹੀਂ ਹੋਣਾ ਚਾਹੀਦਾ ਸੀ। ਜੋ ਹੋਇਆ ਇਹ ਗਲਤ ਹੋਇਆ ਔਰ ਇਸ ਕਹਿਣੇ ਨਾਲ ਤੁਹਾਨੂੰ ਸਜ਼ਾ ਵੀ ਮਿਲੀ, ਤੁਹਾਡੇ ਤੇ ਕੇਸ ਵੀ ਬਣੇ। ਕਹਿੰਦੇ ਇਹ ਦੋਰੰਗੀ ਸਾਡੀ ਸਮਝ 'ਚ ਨਹੀਂ ਆਈ ਤੁਹਾਡੀ। ਉਦੋਂ ਕਹਿੰਦੇ ਸੀ ਤੁਸੀਂ ਜੋ ਹੋਆ ਉਹ ਵਤਸੋ ਜਾਣੇ, ਜੋ ਹੋ ਗਿਆ ਹੋਣਾ ਹੀ ਸੀ। ਫਿਰ ਸਾਰ ਵੱਲ ਦੇਸ਼ ਦਾ ਭਰਮਣ ਕਰ ਕਰਕੇ ਆਖਦੇ ਰਹੇ ਜੋ ਹੋਇਆ ਹੈ ਗਲਤ ਹੋਇਆ ਹੈ, ਇਹ ਸਹੀ ਨਹੀਂ ਹੋਇਆ। ਮੈਨੂੰ ਕਹਿਣ ਲੱਗੇ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਜਾਂ ਇਹ ਠੀਕ ਹੈ? ਪਹਿਲੇ ਇਹ ਫੈਸਲਾ ਕਰਕੇ ਸਾਨੂੰ ਦੱਸ ਦਿਓ, ਅਸੀਂ ਉਹ ਮੰਨ ਲਈਏ। ਯਕੀਨ ਜਾਣੋ, ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਦਫਾ ਮਹਿਸੂਸ ਕੀਤਾ ਕਿ ਚੋਟੀ ਦੇ ਸਿਆਣੇ ਮਨੁੱਖਾਂ 'ਚ ਮੈਂ ਘਿਰ ਗਿਆ ਤੇ ਮੇਰੇ ਕੋਲ ਕੋਈ ਜਵਾਬ ਨਹੀਂ। ਵਾਕਈ ਮੈਂ ਆਖਿਆ ਸੀ ਜੋ ਹੋਇਆ ਗਲਤ ਹੋਇਆ, ਸਹੀ ਨਹੀਂ ਹੋਇਆ। ਔਰ 15 ਦਿਨ ਮੈਂ ਇਹ ਵੀ ਕਥਾ ਕੀਤੀ ਸੀ। ਉਸ ਤੋਂ ਅੱਗੇ ਫਿਰ ਪ੍ਰਕਰਨ ਬਦਲ ਗਏ ਸਨ ਕਿ ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਤੇ ਹੋਣਾ ਹੀ ਸੀ, ਹੁਕਮ ਹੈ। ਤੇ ਜੋ ਹੁਕਮ ਨੂੰ ਸਮਝ ਲੈਂਦਾ ਹੈ, ਪਰਮਾਤਮਾ ਨੂੰ ਸਮਝ ਲੈਂਦਾ ਹੈ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਲ। ਉਸਨੇ ਪਰਮਾਤਮਾ ਦਾ ਭੇਦ ਜਾਣ ਲਿਆ, ਉਹਦੇ ਰਾਜ਼ ਨੂੰ ਸਮਝ ਗਿਆ। ਜਿਸਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ। ਉਹਨਾਂ ਦੇ ਹੱਥ ਵਿੱਚ ਕਾਗਜ਼ ਵੀ ਸਨ, ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸਨ, ਤੇ ਮੈਨੂੰ ਇਹ ਵੀ ਪਤਾ ਸੀ ਕੱਲ ਨੂੰ ਇਹਨਾਂ ਨੇ ਛਾਪ ਵੀ ਦੇਣੇ ਨੇ। ਤਾਂ ਮੈਨੂੰ ਘਬਰਾਹਟ ਵੀ ਹੋਈ। ਮੈਨੂੰ ਕਹਿਣ ਲੱਗੇ ਅਸੀਂ ਕੋਈ ਲੰਬੀ ਚੌੜੀ ਤੁਹਾਡੇ ਨਾਲ ਗੱਲ ਨਹੀਂ ਕਰਨੀ, ਐਨੇ ਉਹ ਜੋ 15 ਦਿਨ ਤੁਸੀਂ ਕਥਾ ਕੀਤੀ ਸੀ ਉਹ ਠੀਕ ਹੈ ਜਾਂ ਹੁਣ ਤੁਸੀਂ ਜਿਹੜਾ ਬੋਲੇ ਹੋ ਇਹ ਠੀਕ ਹੈ, ਬਸ ਐਨਾ ਅਸੀਂ ਜਾਣਨਾ ਚਾਹੁੰਦੇ ਹਾਂ, ਹੋਰ ਕੁਝ ਨਹੀਂ। ਕਿਉਂਕਿ ਦੋਵੇਂ ਮੁਖਾਲਫ ਨੇ। ਉਦੋਂ ਤੁਸੀਂ ਆਖਿਆ ਸੀ ਜੋ ਹੋ ਜਾਂਦਾ ਹੈ, ਜੋ ਹੋ ਗਿਆ ਇਹ ਹੋਣਾ ਹੀ ਸੀ, ਹੁਕਮ ਹੈ। ਤੇ ਹੁਣ ਤੁਸੀਂ ਆਖਿਆ ਜੋ ਹੋ ਗਿਆ ਇਹ ਗਲਤ ਹੋਇਆ, ਇਹ ਸਹੀ ਨਹੀਂ ਹੋਇਆ। ਕਹਿੰਦੇ ਤੁਸੀਂ ਉਹੀ ਹੋ, ਜ਼ਬਾਨ ਤੁਹਾਡੀ ਉਹੀ ਹੈ, ਪਰ ਬੋਲ ਇੱਕ ਨਹੀਂ ਨੇ। ਤੁਸੀਂ ਦੱਸੋ ਉਹ ਠੀਕ ਸੀ ਜਾਂ ਇਹ? ਆਖਰ ਦੋਵਾਂ 'ਚ ਕੋਈ ਇੱਕ ਠੀਕ ਹੋ ਸਕਦਾ ਹੈ, ਕਿਉਂਕਿ ਦੋਵੇਂ ਮੁਖਾਲਫ ਗੱਲਾਂ ਨੇ, ਦੋਹਾਂ ਦਾ ਆਪਸ ਦੇ ਸੰਗਮ ਨਹੀਂ ਹੈ। ਸ਼ਾਇਦ ਉਸੇ ਦਿਨ ਹੀ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨੇ, ਤੇ ਮੈਂ ਉਪਰੇ ਢੰਗ ਨਾਲ ਹੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ। ਉਸ ਦਿਨ ਦਿਲ ਚੋਂ ਨਿਕਲੀ, ਮੈਂ ਕਿ ਹੇ ਗੁਰੂ ਹਰਕ੍ਰਿਸ਼ਨ ਜੀ, ਤੇਰੀ ਚੌਖਟ ਤੇ ਮੈਂ ਖੜਿਆ ਤੇ ਤੂੰ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲਏ ਸਨ। ਇਹ ਬੜੇ ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ, ਆਪਣੇ ਕੋਲ ਜਵਾਬ ਨਹੀਂ ਬਣਦਾ। ਤੇ ਜੇ ਜਵਾਬ ਨਾ ਬਣਿਆ ਤਾਂ ਪਾਤਸ਼ਾਹ ਮੈਂ ਤੇਰੇ ਦਰ ਦਾ ਝਾੜੂ ਬਰਦਾਰ ਤੇਰੀ ਗੱਲ ਸੁਣਾਨਾ। ਅੱਜ ਮੇਰੀ ਲੱਜਾ ਰੱਖਣੀ ਹੈ, ਇਹਨਾਂ ਕੋਲ ਮੈਂ ਅੱਜ ਸੁਰਖਰੂ ਹੋਣਾ ਚਾਹੀਦਾ ਹੈ, ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ।
अरदास कितनी गहरी जा सकती है ये मैनू उस दिन पता चले, उंज नहीं। जिंदगी भावें मेरी सारी लंघ गई सी, कोई जप तप इतना गहरा नहीं जाता, कोई साधना इतनी गहरी नहीं जाती जितनी गहरी अरदास चली जाती। शायद इसे वास्ते ही गुरु का हुक्म है अरदास तो लाजमी करनी है, अरदास दे शामिल होना है। अंदरों अरदास निकली, मैं कि महाराज वो छड़ी जरा इधर भी फेर दे, अपने को जवाब नहीं है। तो जो मैं एक कबूल करदा तो एक ते झूठ हो गया, तेरे दर दा झाड़ू बरदार ते साबित हो गया झूठ बोलना, गलत बयान नहीं करदा। यकीन जानो मैं पहली दफा देखिया अरदास कबूल होई। इकबाल ने किसी वक्त किया सी, दिल से जो बात निकलती है असर रखती है, पर नहीं ताकते परवाज मगर रखती है। मैं उन्होंने गरज के आख्या, मैं दोवें जो आख्या ठीक आख्या, उदों भी ठीक आख्या असी हुण भी ठीक आख्या। मैं कहा मैं उदों भी सही आख्या सी हुण भी सही आख्या। कहने ये किस तरह हो सकता है? उदों तुसी आख्या सी जो हो गया है ये हुक्म है परमात्मा का, इनू मन ले। ते हुण तुसी ये आख्या जो हो गया है ये नहीं होना चाहिए सी। मैं कहा इस तरह है, जो होया है कौम नाल मैं मनदा होना ही सी, ऐसा होना ही सी, पर कौम दे अंदर रोस पैदा हो गया, होना ही सी। मेरे पैरों दे थल्ले किसी ने बलदी हुई अग रख दी, मैं ऐसा समझदा होना ही सी, पर मेरे मुंहों चीख निकल गई, निकलनी सी। मैं फिर दोहरावां जो मैं उदाहरण दिता, भाई मेरे रस्ते च किसी ने अग बिछा दी, मैं मनदा ऐसा होना ही सी, मैनू चलनी सी, पर अग ते चलदियां मुंहों चीख निकल गई, निकलनी सी, होना ही सी। जो हो गया है ये होना ही सी, मैं मनदा, पर रोस पैदा हो गया, ये निकलना ही सी, रोस होना ही सी, इनू भी हुक्म मन लो। मैं उदों भी जो आख्या सी उन्हों भी हुक्म मन लो, जो हुण मैं आख्या इनू भी हुक्म मन लो। पैरों थल्ले मेरे अग किसी ने रखनी सी, मैं फिर दोहरा दिया, मैं समझदा ये अग रखनी सी किसी ने, ये अग पहनी सी, ऐसा होना ही सी, पर मुंहों चीख निकल गई, निकलनी सी, रोस निकल गया, निकलना ही सी। हसदिया मैनू कहन लगे असी ते संगल लैके आए सी थानू फसान लई, तुसी ते तोड़ दिते। मैं कहा मैं दोवें वक्त ठीक आख्या सी, रोस निकल गया, निकल जाता है। चंदन नू भी ज्यादा रगड़ो वो भी गर्म हो जाता है। ये तो ऐसा है, जे किसी का जबर होना सी होना ही सी, ऐसा होना सी, शायद कौम दे कर्म, पर रोस पैदा हो गया और मुंह ऐसे बोल निकल गए, निकलने सन, ये भी एक हुक्म। वो हंसदे हुए चले गए, मैं पौड़ियां दे फिर मत्था टेकिया, मैं कहा बाबा तू मेरी लज्जा रख देती, गल बन गई। जो हो आ वो वत्सो जाने, प्रभ अपने का हुक्म पछाने, तत्ती तवी ते बैठना सी धन गुरु अर्जन देव जी महाराज ने, कहते ने हुक्म, पर 6वें रूप ने तलवार खिंच ली, हुक्म। ऐसा भी होना सी, 6वें गुरु नानक के अंदर रोस पैदा हो गया, होना ही सी, ये भी एक हुक्म। ये उस वक्त दे जहांगीर नू भी कबूल ना होया, उन्हें 6वें पातशाह नू पकड़ के ग्वालियर दे किले दे कैद कर दिता सी। ये नहीं कबूल होंदा सताधारी नू, ऐसा सिलसिला जो है चले आ रहा। तो क्रांति दा रंग भरिया धन गुरु हरगोबिंद साहब जी महाराज ने, उन्होंने पीरी दे नाल मीरी नू जोड़ दिता। उसने उन्हों दी देन, जैसे भाई साहब भाई नंद लाल कहते ने, अक्सर देखे ने जिहड़े बादशाह ने केवल बादशाह होंदे ने, दरवेश नहीं होंदे, और जिहड़े दरवेश होंदे ने केवल दरवेश होंदे ने, बादशाह नहीं होंदे। पर नंद लाल कहते जद मैं गुरु गोबिंद सिंह जी नू वेखदा, हक हक अंदेश गुरु गोबिंद सिंह, बादशाह दरवेश गुरु गोबिंद सिंह। ये तो बाहरों बादशाह है, अंदरों दरवेश है।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੋਤੀਆਂ ਦੀ ਮਾਲਾ ਪਹਿਨ ਲਈ, ਸੀਸ ਤੇ ਕਲਗੀ ਲਾ ਲਈ, ਘੋੜਿਆਂ ਦੀ ਅਸਵਾਰੀ ਹੁਕਮਨਾਮੇ ਜਾਰੀ ਕਰ ਦਿੱਤੇ। ਆਇੰਦਾ ਤੋਂ ਸਿੱਖ ਜੋ ਨਜ਼ਰਾਨਾ ਮੈਨੂੰ ਭੇਟ ਕਰਨ ਸ਼ਸਤਰ ਲਿਆ। ਜ਼ੁਲਮ ਦੀ ਇੰਤਹਾ ਹੋ ਗਈ। ਇੱਕ ਦਫਾ ਸਤਿਗੁਰੂ ਆਪਣੇ ਪਰਿਵਾਰ ਦੇ ਸਮੇਤ, ਗੁਜਰਾਤ ਦੀ ਗੱਲ ਹੈ, ਨਾਲ ਲਾਓ ਲਸ਼ਕਰ ਵੀ ਸੀ, ਮਹਿਲ ਵੀ ਸਨ, ਬੱਚੇ ਵੀ ਸਨ, ਘੋੜੇ ਤੇ ਸਵਾਰ ਹੋ ਕੇ ਲੰਘ ਰਹੇ ਸਨ। ਇੱਕ ਦਰਗਾਹ ਸੀ, ਦਰਗਾਹ ਦਾ ਫਕੀਰ ਬਾਹਰ ਨਿਕਲਿਆ। ਉਹਨੇ ਸਤਿਗੁਰ ਤੇ ਤਨਜ਼ੀ ਲਹਿਜੇ ਵਿੱਚ ਆਖਿਆ, ਇਸਤਰੀ ਕੀ ਤੇ ਫਕੀਰ ਕੀ, ਔਰ ਪੁੱਤਰ ਕੀ ਤੇ ਫਕੀਰ ਕੀ, ਦੌਲਤ ਕੀ ਤੇ ਫਕੀਰ ਕੀ, ਔਰ ਫਿਰ ਉੱਚੀ ਆਵਾਜ਼ ਨਾਲ ਆਖਿਆ, ਹਿੰਦੂ ਕੀ ਤੇ ਫਕੀਰ ਕੀ। ਕਟਾਕਸ਼ ਕੀਤਾ। ਸਤਿਗੁਰ ਨੇ ਇੱਕਦਮ ਘੋੜਾ ਰੋਕਿਆ, ਆਖਿਆ, ਫਕੀਰ ਸਾਈਂ ਗੱਲ ਸੁਣ, ਇਸਤਰੀ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਤੈਨੂੰ ਕਿਸ ਨੇ ਦੱਸ ਦਿੱਤਾ ਫਕੀਰ ਹਿੰਦੂ ਮੁਸਲਮਾਨ ਹੁੰਦਾ ਹੈ? ਸੂਰਜ ਦਾ ਚਾਨਣਾ ਸਾਰਿਆਂ ਲਈ ਆਉਂਦਾ ਹੈ, ਕਿਸੇ ਇੱਕ ਘਰ ਲਈ ਨਹੀਂ ਹੁੰਦਾ। ਇਹ ਗੁਰੂ ਨਾਨਕ ਦਾ ਘਰ, ਸਾਂਝਾ ਘਰ। ਇਸਤਰੀ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਤੋ ਕ੍ਰਾਂਤੀ ਦਾ ਰੰਗ ਭਰਿਆ ਛੇਵੇਂ ਪਾਤਸ਼ਾਹ ਨੇ। 5 ਮਿੰਟ ਆਪ ਜੀ ਦੇ ਹੋਰ ਲਵਾਂ। 7ਵੇਂ ਗੁਰੂ ਨਾਨਕ ਧੰਨ ਗੁਰੂ ਹਰ ਰਾਏ ਜੀ ਮਹਾਰਾਜ ਦਾ ਮੂਲ ਸੰਦੇਸ਼, ਉਪਦੇਸ਼ ਉਹ ਇਹ ਹੀ ਸੀ ਕਿ ਤੂੰ ਨੁਮਾਇਸ਼ ਨਹੀਂ ਕਰਨੀ, ਪ੍ਰਦਰਸ਼ਨੀ ਨਹੀਂ ਕਰਨੀ। ਜੋ ਕੁਝ ਗੁਰੂ ਪ੍ਰਤਾਪ ਸੂਰਜ ਗ੍ਰੰਥ ਨੂੰ ਪੜ੍ਹਦੇ ਆ ਸਾਹਮਣੇ ਆਏ ਨੇ, ਹੁਣ ਸਾਰੇ ਸਫੇ ਤੇ ਮੈਂ ਨਹੀਂ ਰੱਖ ਸਕਦਾ, ਸਭ ਮੁਖਤਸਰ। जितना तू है उतना ही अपने आप को प्रकट करें, और जो कुछ तू है उससे पर्दे भी ना पावे, नहीं तो सारी जिंदगी तेरी बर्बाद चली जाएगी। इस सतगुरु का मूल उपदेश सी, मूल संदेश सी। अक्सर मनुख ऐसा करता है, जो कुछ ये होंदा है उसते ते पर्दे पाई जाता है, और जो कुछ ये नहीं है उसनों प्रगट करी जाता है। ਅੱਧਾ ਸਮਾਂ ਪ੍ਰਗਟ ਕਰਨ ਦੇ ਚ ਲੱਗ ਗਿਆ, ਅੱਧਾ ਸਮਾਂ ਪਰਦੇ ਪਾਉਣ ਦੇ ਚ ਲੱਗ ਗਿਆ, ਜ਼ਿੰਦਗੀ ਸਾਰੀ ਲੰਘ ਗਈ ਅਜਾਈ, ਫਿਜ਼ੂਲ। ਜੀਵਨ ਇਸ ਵਾਸਤੇ ਤੇ ਨਹੀਂ ਸੀ। ਇਸ ਸੰਬੰਧ ਵਿੱਚ ਕਬੀਰ ਜੀ ਦਾ ਇੱਕ ਵਾਕ ਬੜਾ ਕੀਮਤੀ ਹੈ। 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ ਦੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਨਹੀਂ ਨੇ। ਆਪਨੇ ਬਾਣੀ ਤੇ ਪਹਿਰਾ ਦਿੱਤਾ ਹੈ, ਬਾਣੀ ਦਾ ਪ੍ਰਚਾਰ ਕੀਤਾ ਹੈ, ਉਚਾਰਨ ਨਹੀਂ ਕੀਤੇ। कबीर कहते ने, नाखों काठी कानों काठी काट कूट के धारी, कहो कबीर संतन की बैरन तीन लोक की प्यारी। दो विचारा, प्रथम माया की है और माया धारी कौन है, ये दो विचारा। माया की है, ये गुरु अमरदास जी दसते ने, ए माया जित हर विसरे, मोह उपजे भाव दूजा लाया। इनू माया जान, कुछ भी हो सकता है। पुत्र करके तेनू परमात्मा बोलिया है, पुत्र माया है। स्त्री करके तेनू गुरु बोलिया है, स्त्री माया है। पति करके तेनू भगवान बोलिया है, तो पति माया है। धन करके तेनू धर्म बोलिया है, तो धन माया है। मित्रा करके तेनू परमात्मा बोलिया है, मित्र माया ने। किसे अवतार संत करके तेनू ईश्वर भुलिया है, तो संत भी माया, वो अवतार भी माया। माया चित भरमेण इष्ट मित्र एक बांधवे, वो इष्ट भी माया है, वो संत भी माया है, जो परमात्मा दे विचकार दीवार बन के खड़ा हो गया। जिस करके परमात्मा भुले बस ओ माया है। ये हुण हर एक लिए अलग अलग हो सकती है माया। कोई धन करके धर्म नूं भुल जाता है, कोई परिवार करके निरंकार नूं भुल जाता है, कोई पदार्थां करके परमात्मा नूं भुल जाता है, अलग अलग। तीजे गुरु नानक कहंदे ने, ए माया इसनूं माया जान, ए माया जित हर विसरे, मोह उपजे भाव दूजा लाया। यह आनंद साहब है, गुरु अमरदास जी महाराज दी बाणी। माया धारी दी पहचान की है, ये कबीर करांदे ने। नाकों काठी कानों काठी काट कूट के डारी,
कहो कबीर संतन की बैरन तीन लोक की प्यारी। कबीर कहते ਇਹ ਮਾਇਆ ਜੋ ਤਿੰਨ ਲੋਕਾਂ ਨੂੰ ਪਿਆਰੀ ਹੈ, ਮੈਂ ਇਸ ਦਾ ਨੱਕ ਕੱਟ ਦਿੱਤਾ, ਮੈਂ ਇਹਦੇ ਕੰਨ ਕੱਟ ਦਿੱਤੇ। ਵੀ ਤੇ ਕਬੀਰ ਨੂੰ ਆਖੀ ਤੂੰ ਗਲਾ ਹੀ ਕੱਟਣਾ ਸੀ, ਭੋਗ ਪਾਉਣਾ ਸੀ, ਸਿਰਫ ਕੰਨ ਕੱਟ ਕੇ ਛੋੜ ਦਿੱਤੇ, ਨੱਕ ਕੱਟ ਕੇ ਛੋੜ ਦਿੱਤੀ। ਮਾਇਆਦਾਰੀ ਦਾ ਸਿਰਫ ਨੱਕ ਹੁੰਦਾ ਹੈ, ਦੋ ਕੰਨ ਹੁੰਦੇ ਨੇ, ਬਾਕੀ ਕੁਝ ਵੀ ਨਹੀਂ, ਅਕਲ ਲੁੱਕੀ ਨਹੀਂ ਹੁੰਦੀ। ਉਹ ਨੱਕ ਰੱਖਣ ਵਾਸਤੇ ਕੰਮ ਕਰਦਾ ਹੈ, ਨੱਕ ਰਹਿਣੀ ਚਾਹੀਦੀ ਹੈ। ਫਿਰ ਕੰਨਾਂ ਨਾਲ ਸੁਣਦਾ ਦੁਨੀਆ ਕੀ ਆਖਦੀ ਹੈ, ਦੁਨੀਆ ਕੀ ਸ਼ੋਭਾ ਕਰਦੀ ਹੈ। ਇੱਕ ਨਿੱਕਾ ਜਿਹਾ ਉਦਾਹਰਣ, ਮੈਂ ਚੰਗੇ ਪ੍ਰਤਿਸ਼ਠਿਤ ਬੰਦੇ ਨੂੰ, ਅੰਮ੍ਰਿਤ ਵੇਲੇ ਦਾ ਸਤਸੰਗੀ, ਪੰਜ ਬਾਣੀਆਂ ਦਾ ਪਾਠ ਕਰਨ ਵਾਲਾ ਮੁੰਡੇ ਦੀ ਜਦ ਸ਼ਾਦੀ ਤੇ ਸਾਰੇ ਘਰ ਦੇ ਸ਼ਰਾਬ ਦੇ ਦੌਰ ਚੱਲਦੇ ਪਏ ਤੇ ਆਪ ਵੀ ਉਸੇ ਸ਼ਾਮਲ, ਤੇ ਮੈਂ ਕਿਹਾ ਸੀ ਤੇ ਸ਼ਾਮਲ ਹੋਇਆ ਵੀ ਤੈਨੂੰ ਅੰਮ੍ਰਿਤ ਵੇਲੇ ਦਾ ਸਤਸੰਗੀ ਜਾਣ ਕੇ ਔਰ ਗੁਰਮਤ ਦਾ ਮੁਦਈ ਜਾਣ ਕੇ, ਠੀਕ ਹੈ ਧਨਾੜ ਤੇ ਤੂੰ ਹੈ, ਪਰ ਤੂੰ ਗੁਰਮਤ ਦਾ ਮੁਦਈ ਬਣਿਆ ਹੋਇਆ ਹੈ, ਮੁਖੀ ਬਣਿਆ ਹੋਇਆ ਹੈ, ਔਰ ਅੰਮ੍ਰਿਤ ਵੇਲੇ ਝੂਮ ਝੂਮ ਕੇ ਕੀਰਤਨ ਸੁਣਦਾ ਹੈ, ਕਥਾ ਸੁਣਦਾ ਹੈ, ਬਿਨਾਂ ਨਾਗਾ ਗੁਰਦੁਆਰੇ ਆਉਣਾ ਹੈ। ਐ ਤੇਰੀ ਹਾਲਤ। ਕਹਿਣ ਲੱਗਾ ਮਸਕੀਨ ਜੀ ਕੀ ਕਰੀਏ, ਨੱਕ ਰੱਖਣੀ ਪੈਂਦੀ ਹੈ ਸ਼ਰੀਕਾਂ 'ਚ। ਮੈਂ ਕਹਿਣ ਭਾਵੇਂ ਨੱਕ ਰੱਖ ਲੈ, ਭਾਵੇਂ ਗੁਰੂ ਰੱਖ ਲੈ, ਰਹੇਗਾ ਇੱਕ, ਭਾਵੇਂ ਗੁਰੂ ਰਹੇਗਾ, ਭਾਵੇਂ ਤੇਰੀ ਨੱਕ। ਲੋਕਾਂ ਦੀ ਨੱਕ ਇਤਨੀ ਵੱਡੀ ਹੋ ਗਈ, ਗੁਰੂ ਨੂੰ ਘਰੋਂ ਹੀ ਕੱਢ ਛੱਡੇ, ਨੱਕ ਵੱਡੀ ਹੋ ਗਈ। ਤੇ ਜੋ ਨੱਕ ਰੱਖਣ ਵਾਸਤੇ ਕੰਮ ਕਰੇ ਮਾਇਆਦਾਰੀ, ਤੇ ਫਿਰ ਕੰਨਾਂ ਨਾਲ ਸੁਣੇ ਦੁਨੀਆ ਕੀ ਆਖਦੀ ਹੈ, ਸ਼ੋਭਾ ਸੁਣੇ, ਮਾਇਆਦਾਰੀ। ਕਬੀਰ ਕਹਿੰਦੇ ਮੈਂ ਨੱਕ ਰੱਖਣ ਵਾਸਤੇ ਕੰਮ ਨਹੀਂ ਕਰਦਾ, ਮੈਂ ਪ੍ਰਭੂ ਨੂੰ ਰੱਖਣ ਵਾਸਤੇ ਕੰਮ ਕਰਦਾ। ਪਰਮਾਤਮਾ ਰਹਿਣਾ ਚਾਹੀਦਾ ਮੇਰੇ ਸਾਹਮਣੇ, ਮੈਂ ਈਸ਼ਵਰ ਨੂੰ ਸਾਹਮਣੇ ਰੱਖ ਕੇ ਕੰਮ ਕਰਦਾ, ਆਪਣੀ ਨੱਕ ਨੂੰ ਸਾਹਮਣੇ ਰੱਖ ਕੇ ਕੰਮ ਨਹੀਂ ਕਰਦਾ। ਔਰ ਮੈਂ ਇਹਨਾਂ ਕੰਨਾਂ ਨਾਲ ਆਪਣੀ ਉਪਮਾ ਸੁਣਦਾ ਹੀ ਨਹੀਂ, ਗੱਲ ਖਤਮ। ਮੈਂ ਕੰਨ ਕੱਟ ਦਿੱਤੇ ਨੇ, ਮੈਂ ਨੱਕ ਕੱਟ ਦਿੱਤੀ ਹੈ, ਮੈਂ ਇਸ ਤਰ੍ਹਾਂ ਦੀ ਕੋਈ ਨੱਕ ਨਹੀਂ ਰੱਖਦਾ, ਮੈਂ ਇਸ ਤਰ੍ਹਾਂ ਦੇ ਕੋਈ ਕੰਨ ਨਹੀਂ ਰੱਖਦਾ। ਵਾਸਤਵਿਕ ਇਹ ਮਾਇਆਧਾਰੀ ਦਾ ਰੂਪ ਨੱਕ ਰੱਖਣ ਵਾਸਤੇ ਹੀ ਕੰਮ ਕਰੇਗਾ ਔਰ ਕੰਨਾਂ ਨਾਲ ਸ਼ੋਭਾ ਸੁਣੇਗਾ ਔਰ ਹਰ ਵਕਤ ਸੰਸਾਰ ਦੇ ਪ੍ਰਭਾਵ ਦੇ ਵਿੱਚ ਜੀਵੇਗਾ, ਨਿਰੰਕਾਰ ਦੇ ਪ੍ਰਭਾਵ ਦੇ ਵਿੱਚ ਨਹੀਂ। ਪਦਾਰਥਾਂ ਦੇ ਪ੍ਰਭਾਵ ਦੇ ਵਿੱਚ ਜੀਵੇਗਾ, ਪਰਮਾਤਮਾ ਦੇ ਜੋ ਹੈ ਪ੍ਰਭਾਵ ਦੇ ਵਿੱਚ ਨਹੀਂ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦਾ ਮੂਲ ਸੰਦੇਸ਼ ਉਪਦੇਸ਼, ਜਿਤਨਾ ਤੂੰ ਹੈ ਉਤਨਾ ਹੀ ਆਪਣੇ ਆਪ ਨੂੰ ਪ੍ਰਗਟ ਕਰੇ। ਜੋ ਕੁਛ ਤੂੰ ਹੈ ਉਸ ਤੇ ਪਰਦਾ ਨਾ ਪਾਵੇਂ, ਔਰ ਜੋ ਤੂੰ ਨਹੀਂ ਹੈ ਉਸ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਵੀ ਨਾ ਕਰੇ। ਇਹ ਆਪ ਦੀ ਅਕਸਰ ਸਿੱਖਿਆ ਤੇ ਦੀਕਸ਼ਾ ਹੁੰਦੀ ਸੀ। ਇੱਕ ਦਿਨ ਆਪ ਸਹਿਜੇ ਸਹਿਜੇ ਚਲੇ ਜਾ ਰਹੇ ਨੇ, 5-7 ਸਿੰਘ ਨਾਲ ਨੇ, ਉਹਨਾਂ ਨੇ ਪ੍ਰਸ਼ਨ ਕਰ ਦਿੱਤਾ, ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨ ਜਾਣੇ, ਜੋ ਮਾਰਗ ਗੁਰ ਸ਼ਬਦ ਬਤਾਵੇਂ, ਸੋ ਹਮ ਤੇ ਨਹੀਂ ਜਾਤ ਕਮਾਵੇਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ। ਬਾਣੀ ਤੇ ਪੜ੍ਹਦੇ ਹਾਂ ਸਵੇਰੇ ਸ਼ਾਮ, ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨ ਜਾਣੀ। ਅਰਥ ਦਾ ਸਾਨੂੰ ਪਤਾ ਨਹੀਂ, ਅਰਥ ਅਸੀਂ ਜਾਣਦੇ ਨੇ, ਇਹ ਸ਼ਬਦ ਕੀ ਆਖਦਾ ਪਿਆ। ਫਿਰ ਜੋ ਮਾਰਗ ਗੁਰ ਸ਼ਬਦ ਬਤਾਵੇਂ, ਸੋ ਹਮ ਤੇ ਨਹੀਂ ਜਾਤ ਕਮਾਵੇਂ। ਜੋ ਗੁਰੂ ਦਾ ਸ਼ਬਦ ਕਹਿੰਦਾ ਹੈ ਉਹਦੀ ਕਮਾਈ ਕਰਨੀ ਔਖੀ, ਤੇ ਇੱਕ ਗੁਰੂ ਦੇ ਸ਼ਬਦ ਦੇ ਅਰਥ ਦਾ ਪਤਾ ਨਹੀਂ ਚੱਲਦਾ। ਕਹਿੰਦੇ ਚਲਦਿਆਂ ਚਲਦਿਆਂ ਸਤਿਗੁਰੂ ਦਾ ਪੈਰ ਇੱਕ ਮਿੱਟੀ ਦੇ ਭਾਂਡੇ ਨਾਲ ਟਕਰਾ ਗਿਆ, ਰਸਤੇ 'ਚ ਕਿਧਰੇ ਪਿਆ ਸੀ ਔਰ ਥਿੰਦਾ ਸੀ, ਉਹ ਟੁੱਟਿਆ ਹੋਇਆ। ਰਹੀ ਚਿਕਿੰਤਾ ਠੀਕ ਰਮਾਹੀ, ਤਿਉ ਬਾਣੀ ਰਹੇ ਮਨ ਮਾਈ। ਦੇਖੋ ਕਿਸੇ ਵਕਤ ਘਿਓ ਰੱਖਿਆ ਗਿਆ ਸੀ, ਪਰ ਇਹ ਅੱਜ ਵੀ ਥਿੰਦਾ ਹੈ। ਨਹੀਂ ਅਰਥ ਆਉਂਦੇ ਕੋਈ ਗੱਲ ਨਹੀਂ, ਇਤਨੇ ਭਾਵ ਨਾਲ ਹੀ ਪੜ੍ਹੀ ਜਾਏ ਕਿ ਪ੍ਰਮਾਤਮਾ ਦੇ ਬੋਲ ਆਏ ਨੇ ਤੇ ਅਸੀਂ ਪਏ ਪੜ੍ਹਦੇ ਹਾਂ, ਪ੍ਰਮਾਤਮਾ ਦੇ ਬੋਲ ਅਸੀਂ ਆਪਣੀ ਜ਼ਬਾਨ ਨਾਲ ਪਏ ਦੁਹਰਾਉਂਦੇ ਹਾਂ। ਇਹਦੇ ਨਾਲ ਵੀ ਹਿਰਦਾ ਥਿੰਦਾ ਹੋ ਜਾਏਗਾ, ਇਹਦੇ ਨਾਲ ਵੀ ਹਿਰਦਾ ਪ੍ਰਭਾਵਿਤ ਹੋਏਗਾ, ਮੰਤਰ ਆਪਣਾ ਕੰਮ ਕਰੇਗਾ। ਜੇ ਤੈਨੂੰ ਇਤਨਾ ਗਿਆਨ ਨਾ ਹੋਵੇ ਪਾਣੀ ਕਿਵੇਂ ਬਣਦਾ, ਪੀਂਦਿਆਂ ਪਿਆਸ ਤੇ ਮਿਟੇਗੀ। ਜੇ ਤੈਨੂੰ ਇਤਨਾ ਨਾ ਬੋਧ ਹੋਵੇ ਭੋਜਨ ਕਿਵੇਂ ਬਣਾਇਆ ਗਿਆ, ਕਿਵੇਂ ਪਕਾਇਆ ਗਿਆ, ਨਾ ਤੈਨੂੰ ਗਿਆਨ ਹੋਵੇ, ਖਾਂਦਿਆਂ ਭੁੱਖ ਤੇ ਮਿਟੇਗੀ। ਜੇ ਤੈਨੂੰ ਬਾਣੀ ਦੇ ਅਰਥ ਨਹੀਂ ਆਉਂਦੇ ਤੇ ਨਾ ਸਹੀ, ਜਪਦਿਆਂ ਇਸ ਬਾਣੀ ਨੇ ਪ੍ਰਭਾਵ ਤੇ ਪਾਣਾ ਤੇਰੇ ਤੇ। ਗੁਰੂ ਦੇ ਬੋਲ, ਪ੍ਰਭੂ ਦੇ ਬੋਲ, ਪਰਮਾਤਮਾ ਦੇ ਬੋਲ, ਇਹ ਸਪਸ਼ਟ ਕੀਤਾ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੇ। ਆਖੇ ਬਾਣੀ ਪੜ੍ਹਦੇ ਜਾਣਾ ਔਰ ਆਪਣੀ ਨੁਮਾਇਸ਼ ਨਹੀਂ ਕਰਨੀ।
क्रांति दा रंग भरिया 6वें गुरु नानक, शांति दा रंग भरिया 5वें गुरु नानक ने, धर्म मंदिरां दी उसारी दा जज्बा दिता धन गुरु रामदास जी महाराज ने, आदर्शवादी होने की शिक्षा दी गुरु अमरदास जी ने, जात पात नूं हटाया गुरु अमरदास जी ने, और हुक्म मनण दा रंग भरिया धन गुरु अंगद देव जी महाराज ने। वो जो सिख दा खाका चितरिया इस ढंग दी, इसकी रूप रेखा बनती गई। अगां चल के 8वें गुरु नानक, 9वें गुरु नानक, 10वें गुरु नानक की की देन। ये दास कल दोपहर के समय जो 2 तो 3 दास ने हाजरी भरनी है, तो फिर शाम नूं फिर विचारां करांगे। समा हो गया। साहिब रहमत करन सत्संग करदे आया। जिस जिस गुरु की छाप ढिली पै गई है, जिस जिस गुरु की देन असी गवा बैठे हाँ, जिस जिस गुरु का रंग साडे कोल नहीं रहा, पातशाह रहमत करन ये रंग फिर असी चाड़ीए, उस देन नूं फिर कबूल करिए, ताकि साडा ये अधूरापन संपूर्ण होवे।